ਅੱਜ ਆਪਾਂ ਵਾਚਰ ਤੋਂ ਕੈਸ਼ਬੁੱਕ ਦੇ ਉੱਪਰ ਪੋਸਟਿੰਗ ਕਰਨਾ ਸਿੱਖਦੇ ਆ। ਆ ਤੁਹਾਡੇ ਵਾਚਰ ਬਣੇ ਨੇ 2 ਦਸੰਬਰ ਦੇ। ਟ੍ਰਾਂਜੈਕਸ਼ਨਸ ਆਪਾਂ ਪਹਿਲਾਂ ਕਰ ਲਈਆਂ, ਵਾਚਰ ਆਪਾਂ ਕਰ ਲਈ। ਹੁਣ ਇਹਨਾਂ ਵਾਚਰਸ ਨੂੰ ਆਪਾਂ ਕੈਸ਼ਬੁੱਕ ਤੇ ਪੋਸਟ ਕਿਵੇਂ ਕਰਨਾ ਆ। ਦੇਖੋ, ਕੈਸ਼ਬੁੱਕ ਦੇ ਵਿੱਚ ਆ ਜਿਹੜਾ ਪੇਜ ਆਪਾਂ ਨੂੰ ਇਸ ਸਮੇਂ ਦਿਖ ਰਿਹਾ, ਇਹ ਪੇਜ ਕੈਸ਼ਬੁੱਕ ਦਾ ਦੋਨੋਂ ਪਾਸੇ ਲੈਫਟ ਹੈਂਡ ਸਾਈਡ ਐਂਡ ਰਾਈਟ ਹੈਂਡ ਸਾਈਡ ਦੋਨੋਂ ਪਾਸੇ ਦਾ ਇਹ ਪੂਰਾ ਇਹ ਪੇਜ ਨੰਬਰ 1 ਹੈ। ਯਾਨੀ ਇਹ ਨਹੀਂ ਕਿ ਆ ਪੇਜ 1 ਇਹ 2, ਇਹ ਸਾਰਾ ਹੀ ਪੇਜ ਨੰਬਰ 1 ਹੈ। ਪੇਜ ਨੰਬਰ 2 ਅੱਗੇ ਆ ਗਿਆ, ਯਾਨੀ ਕਿ 2 ਪੇਜਾਂ ਦਾ ਇੱਕ ਪੇਜ ਬਣ ਗਿਆ। ਇਹਦੇ ਲੈਫਟ ਹੈਂਡ ਸਾਈਡ ਤੇ ਤੁਸੀਂ ਦੇਖੋ ਕੀ ਲਿਖਿਆ ਹੋਇਆ, ਰਿਸੀਪਟਸ। ਆ ਇੱਥੇ ਨਾ ਰਿਸੀਪਟਸ ਲਿਖਿਆ ਹੋਇਆ, ਜਿਹੜੇ ਪੇਮੈਂਟਾਂ ਜਿਹੜੇ ਪੈਸੇ ਸਾਨੂੰ ਆਏ ਨੇ ਉਹ ਅਸੀਂ ਆਹ ਸਾਈਡ ਤੇ ਲਿਖਣੇ। ਯਾਨੀ ਆਹ ਲੈਫਟ ਹੈਂਡ ਸਾਈਡ ਜਿੱਥੇ ਮੈਂ ਹੁਣ ਹੱਥ ਲਗਾ ਰਿਹਾ ਆਪਣਾ, ਇਹ ਰਿਸੀਪਟ ਸਾਈਡ ਹੈ। ਅਤੇ ਇਹਦੇ ਆਹ ਸਾਈਡ ਹੈ ਜਿਹੜੀ, ਇਹਨੂੰ ਆਪਾਂ ਕਹਿ ਦਈਏ ਪੇਮੈਂਟ ਸਾਈਡ। ਯਾਨੀ ਆਪਣੇ ਪੇਜ ਦਾ, ਆਪਣੀ ਬੁੱਕ ਦਾ, ਨੋਟਬੁੱਕ ਦਾ ਜਾਂ ਜਿਹੜੀ ਕੈਸ਼ ਬੁੱਕ ਹੈ ਉਹਦਾ ਰਾਈਟ ਹੈਂਡ ਸਾਈਡ ਵਾਲਾ ਪੇਜ ਇਹ ਪੇਮੈਂਟਸ ਪੇਜ ਹੈ, ਅਤੇ ਲੈਫਟ ਹੈਂਡ ਸਾਈਡ ਵਾਲਾ ਪੇਜ ਇਹ ਹੈਗਾ ਰਿਸੀਪਟਸ ਪੇਜ। ਅਸੀਂ ਜਦੋਂ ਵਾਚਰ ਤੋਂ ਆਹ ਵਾਚਰ ਬਣਾਏ ਸੀ ਕੱਲ੍ਹ ਲਾਸਟ ਕਲਾਸ 'ਚ, ਇਹਨਾਂ ਵਾਚਰਸ ਨੂੰ ਆਪਾਂ ਨੇ ਇੱਥੋਂ ਦੇਖ ਕੇ ਕੈਸ਼ਬੁੱਕ ਦੇ ਉੱਪਰ ਪੋਸਟ ਕਰਨਾ ਆ। ਪੋਸਟਿੰਗ ਕੈਸ਼ਬੁੱਕ 'ਤੇ ਕਿਵੇਂ ਕਰਨੀ ਹੈ, ਇਹ ਦੱਸਣ ਵਾਸਤੇ ਨਾ ਮੈਂ ਤੈਨੂੰ ਪਹਿਲਾਂ ਇਹ ਦੱਸਾਂ ਕਿ ਵਾਚਰ ਦੀਆਂ ਕਿਸਮਾਂ ਕਿਹੜੀਆਂ ਨੇ। ਆਪਾਂ ਇਹਨਾਂ ਵਾਚਰਸ ਨੂੰ, ਆ ਜਿਹੜੇ ਵਾਚਰ ਹੁਣ ਆਪਾਂ ਦੇਖ ਰਹੇ ਨੂੰ ਵਾਚਰ ਕਹਿ ਦਿੰਦੇ ਆ। ਇਹਨਾਂ ਵਾਚਰਸ ਨੂੰ ਆਪਾਂ 2 ਕਿਸਮਾਂ 'ਚ ਵੰਡ ਲਈਏ। ਮੈਂ ਇੱਥੇ ਲਿਖਦਾ ਟਾਈਪਸ ਆਫ ਵਾਚਰਸ। ਆਪਾਂ ਇਹਨੂੰ 2 ਕਿਸਮਾਂ 'ਚ ਵੰਡ ਲਈਏ। ਪਹਿਲੇ ਹੁੰਦੇ ਨੇ ਆਪਾਂ ਕਹੀਏ ਕੈਸ਼ ਵਾਚਰ, ਦੂਜੇ ਆਪਾਂ ਕਹਿ ਦਈਏ ਜਰਨਲ, ਜਾਂ ਇਹਨੂੰ ਕਹਿ ਦਈਏ ਟ੍ਰਾਂਸਫਰ ਵਾਚਰ। ਕੈਸ਼ ਵਾਚਰ ਕਿਹੜੇ ਨੇ? ਜਿਹੜੇ ਵਾਚਰ 'ਚ ਕੈਸ਼ ਹੈ, ਜਿਵੇਂ ਹੁਣ ਆਹ ਵਾਚਰ ਹੈ, ਇਹਦੇ 'ਚ ਕੈਸ਼ ਹੈ, ਚਾਹੇ ਕੈਸ਼ ਡੈਬਿਟ ਹੈ ਜਾਂ ਕੈਸ਼ ਕ੍ਰੈਡਿਟ ਹੈ, ਇਹਨੂੰ ਕਹਾਂਗੇ ਕੈਸ਼ ਵਾਚਰ। ਤਾਂ ਮੈਂ ਇੱਥੇ ਲਿਖ ਦੇਣਾ ਕਿ ਇਹ ਕੈਸ਼ ਵਾਚਰ ਹੈ। ਮੈਂ ਇੱਥੇ ਲਿਖ ਦਵਾਂ ਕੈਸ਼ ਵਾਚਰ ਹੈ। ਕਿਉਂ ਕੈਸ਼ ਵਾਚਰ ਹੈ? ਕਿਉਂਕਿ ਕੈਸ਼ ਆ ਗਿਆ। ਇਹਦੇ 'ਚ ਵੀ ਕੈਸ਼ ਹੈਗਾ ਆ, ਤਾਂ ਇਹ ਵੀ ਕੈਸ਼ ਵਾਚਰ ਹੈ। ਇਹਦੇ 'ਚ ਵੀ ਕੈਸ਼ ਹੈਗਾ, ਇਹ ਵੀ ਕੈਸ਼ ਵਾਚਰ ਹੈ। ਇਸ 'ਚ ਵੀ ਕੈਸ਼ ਹੈ, ਚਾਹੇ ਡੈਬਿਟ ਹੈ ਜਾਂ ਕ੍ਰੈਡਿਟ ਹੈ, ਤਾਂ ਇਹ ਵੀ ਕੈਸ਼ ਵਾਚਰ ਹੈ। ਇਹਦੇ 'ਚ ਵੀ ਕੈਸ਼ ਹੈਗਾ, ਤਾਂ ਇਹ ਵੀ ਕੈਸ਼ ਵਾਚਰ ਹੈ। ਇਸ 'ਚ ਵੀ ਕੈਸ਼ ਹੈਗਾ, ਇਹ ਵੀ ਕੈਸ਼ ਵਾਚਰ ਹੈ। ਇਹ 'ਚ ਵੀ ਕੈਸ਼ ਹੈ, ਕ੍ਰੈਡਿਟ ਹੈ। ਹੁਣ ਜਿਹੜੇ ਵਾਚਰ 'ਚ ਕੈਸ਼ ਕ੍ਰੈਡਿਟ ਹੈ, ਇਹਦਾ ਮਤਲਬ ਆਪਾਂ ਮੰਨੀਏ ਇਹ ਕੈਸ਼ ਪੇਮੈਂਟ ਹੈ। ਇਹ 'ਚ ਵੀ ਕੈਸ਼ ਕ੍ਰੈਡਿਟ ਹੈ, ਕੈਸ਼ ਪੇ ਕੀਤਾ। ਅਗੇਨ ਪਿੱਛੇ ਮੁੜਦਾ ਮੈਂ, ਇਹ 'ਚ ਵੀ ਕੈਸ਼ ਆਪਾਂ ਪੇ ਕੀਤਾ ਆ, ਇਹ 'ਚ ਵੀ ਕੈਸ਼ ਆਪਾਂ ਨੇ ਪੇ ਕੀਤਾ ਆ। ਕੈਸ਼ ਕ੍ਰੈਡਿਟ ਹੈ। ਕੈਸ਼ ਕ੍ਰੈਡਿਟ ਉਦੋਂ ਹੀ ਹੁੰਦਾ ਜਦੋਂ ਕੈਸ਼ ਆਪਾਂ ਦਿੰਦੇ ਹਾਂ। ਆਹ ਕੈਸ਼ ਡੈਬਿਟ ਹੈ, ਇਹਦਾ ਮਤਲਬ ਇਹ ਕੈਸ਼ ਰਿਸੀਪਟ ਹੈ। ਜੇ ਕੈਸ਼ ਡੈਬਿਟ ਹੈ ਮੀਨਸ ਕੈਸ਼ ਆਇਆ, ਇਹ ਵੀ ਕੈਸ਼ ਰਿਸੀਪਟ ਹੈ, ਆ ਵੀ ਕੈਸ਼ ਰਿਸੀਪਟ ਹੈ। ਪਤਾ ਲੱਗੀ ਗੱਲ ਨਾ? ਵਾਚਰ ਕਿਹੜੇ ਕੈਸ਼ ਵਾਲੇ ਨੇ? ਜਿਨ੍ਹਾਂ ਵਿੱਚ ਕੈਸ਼ ਚਾਹੇ ਡੈਬਿਟ ਹੈ ਜਾਂ ਕ੍ਰੈਡਿਟ ਹੈ। ਅਤੇ ਜੇ ਕੈਸ਼ ਡੈਬਿਟ ਹੈ ਤਾਂ ਮਤਲਬ ਕੈਸ਼ ਰਿਸੀਪਟ ਹੈ, ਜੇ ਕੈਸ਼ ਡੈਬਿਟ ਹੈ ਕੈਸ਼ ਰਿਸੀਪਟ ਹੈ, ਜੇ ਕੈਸ਼ ਕ੍ਰੈਡਿਟ ਹੈ ਤਾਂ ਕੈਸ਼ ਪੇਮੈਂਟ ਹੈ। ਇੱਥੇ ਤੱਕ ਠੀਕ ਹੈ। ਹੁਣ ਜਿਵੇਂ ਇੱਕ ਆਹ ਵਾਚਰ ਹੈ, ਇਹ ਕੀ ਹੈ? ਕੈਸ਼। ਇਹ ਪੇਮੈਂਟ ਹੈ ਕਿ ਰਿਸੀਪਟ ਹੈ? ਪੇਮੈਂਟ। ਸਿੰਪਲ ਪਤਾ ਲੱਗ ਗਈ ਗੱਲ, ਹੈ ਨਾ? ਅਤੇ ਹੁਣ ਆਹ ਵਾਚਰ ਹੈ, ਇਹਦੇ ਵਿੱਚ ਕੈਸ਼ ਨਹੀਂ ਹੈਗਾ ਕਿਤੇ ਵੀ, ਨਾ ਤਾਂ ਕੈਸ਼ ਡੈਬਿਟ ਹੈ ਨਾ ਕੈਸ਼ ਕ੍ਰੈਡਿਟ ਹੈ। ਇਹਨੂੰ ਆਪਾਂ ਜਰਨਲ ਵਾਚਰ ਕਹਾਂਗੇ। ਇੱਥੇ ਮੈਂ ਲਿਖ ਦੇਣਾ ਜਰਨਲ ਵਾਚਰ, ਜਾਂ ਇਹਨੂੰ ਕਹਿ ਦਈਏ ਟ੍ਰਾਂਸਫਰ ਵਾਚਰ। ਤੋ ਇਹ ਹੋ ਗਏ ਜਿਹ 'ਚ ਕੈਸ਼ ਹੋਵੇ, ਇਹ ਹੋ ਗਿਆ ਜਿਹ 'ਚ ਕੈਸ਼ ਨਾ ਹੋਵੇ। ਯਾਨੀ ਇਹਨੂੰ ਆਪਾਂ ਫਰਦਰ 2 ਕਿਸਮਾਂ 'ਚ ਵੰਡ ਲਈਏ। ਜਿਹੜੀ ਨਾ ਇਹ ਹੈ, 1 ਇਜ਼ ਕੈਸ਼ ਰਿਸੀਪਟ। ਕੈਸ਼ ਰਿਸੀਪਟ ਕਿਹੜੇ ਨੇ? ਜਿਨ੍ਹਾਂ ਵਿੱਚ ਕੈਸ਼ ਡੈਬਿਟ ਹੈ। ਸੈਕਿੰਡ ਇਜ਼ ਕੈਸ਼ ਪੇਮੈਂਟ, ਇਹ ਉਹ ਨੇ ਜਿਨ੍ਹਾਂ ਵਿੱਚ ਕੈਸ਼ ਕ੍ਰੈਡਿਟ ਹੈ। ਅਤੇ ਜਰਨਲ 'ਚ ਕੀ ਹੈ? ਇਹ ਉਹਨੇ ਜਿਨ੍ਹਾਂ 'ਚ ਕੈਸ਼ ਹੈ ਹੀ ਨਹੀਂ ਗਾ, ਵਿਦਾਊਟ ਕੈਸ਼, ਕੈਸ਼ ਤੋਂ ਬਗੈਰ ਵਾਲੇ ਨੇ, ਉਹ ਜਰਨਲ ਨੇ ਜਾਂ ਟ੍ਰਾਂਸਫਰ ਨੇ। ਤੋ ਇਹ ਜਰਨਲ ਹੋ ਗਿਆ, ਆ ਵੀ ਜਰਨਲ ਹੋ ਗਿਆ, ਆ ਵੀ ਜਰਨਲ ਹੋ ਗਿਆ। ਆਹ ਕੈਸ਼ ਹੈ, ਇਹ ਕੈਸ਼ ਪੇਮੈਂਟ ਕੀਤੀ ਹੈ। ਇਹ ਵੀ ਕੈਸ਼, ਇਹ ਜਰਨਲ ਹੈ।
ਹੁਣ ਤਾਂ ਠੀਕ ਹੈ ਗੱਲ, ਹੈ ਨਾ। ਤੋ ਹੁਣ ਆਪਾਂ ਸਿੱਖਦੇ ਹਾਂ ਵੀ ਕੈਸ਼ ਵਾਚਰ ਤੇ ਜਰਨਲ ਵਾਚਰ ਦੀ ਪੋਸਟਿੰਗ ਕੈਸ਼ ਬੁੱਕ ਤੇ ਕਿਵੇਂ ਕਰੀਏ। ਪਹਿਲਾਂ ਜਿਹੜਾ ਤਾਂ ਕੈਸ਼ ਵਾਚਰ ਦੀ ਐਂਟਰੀ ਉਹ ਕੈਸ਼ ਬੁੱਕ ਤੇ ਕਰਨੀ ਹੈ ਤਾਂ ਕਿਵੇਂ ਕਰਨੀ ਹੈ। ਜਿਵੇਂ ਕੈਸ਼ ਰਿਸੀਵ ਹੈ, ਮਤਲਬ ਇਹ 'ਚ ਕੀ ਹੈ, ਕੈਸ਼ ਰਿਸੀਵਟ ਹੋਇਆ। ਕੈਸ਼ ਨੂੰ ਆਪਾਂ ਨੇ ਕਿਤੇ ਨਹੀਂ ਲਿਖਣਾ ਹੈਗਾ, ਇਹ 'ਚ ਕੈਸ਼ ਨੂੰ ਆਪਾਂ ਨੇ ਬਾਈਪਾਸ ਛੱਡ ਦੇਣਾ ਆ। ਅਸੀਂ ਕੀ ਲਿਖਣਾ ਆ, ਵਾਚਰ ਦੇ ਵਿੱਚ ਜਿਹੜੀ ਕ੍ਰੈਡਿਟ ਸਾਈਡ ਆ ਉਹ ਆਪਾਂ ਇੱਥੇ ਪਾਉਣੀ ਆ ਰਿਸੀਪਟ ਦੇ ਪਾਸੇ। ਯਾਨੀ ਜਿਹੜਾ ਰਿਸੀਪਟ ਵਾਚਰ ਹੈ ਉਹਦੀ ਐਂਟਰੀ ਆਪਾਂ ਰਿਸੀਪਟ ਸਾਈਡ ਪਾ ਦੇਣੀ ਹੈ। ਕਿਵੇਂ ਪਾਉਣੀ ਹੈ ਮੈਂ ਤੁਹਾਨੂੰ ਪਾ ਕੇ ਦਿਖਾਉਂਦਾ, ਫਿਰ ਪਤਾ ਲੱਗ ਜਾਊਗਾ। ਸਭ ਤੋਂ ਪਹਿਲਾਂ ਆਪਾਂ ਲਿਖਦੇ ਹਾਂ ਡੇਟ, ਇਹ 2/12 ਇੱਥੇ ਲਿਖ ਦਿਓ, 2/12 ਜਿਹੜੀ ਵੀ ਮੰਥ ਹੈ, 2/12 ਈਅਰ 2021, ਜਿਵੇਂ ਮਰਜ਼ੀ ਡੇਟ ਪਾ ਲਈ ਆਪਾਂ ਨੇ। ਉਹ ਤੋਂ ਬਾਅਦ ਜਿਹੜਾ ਕੈਸ਼ ਆ ਇਹ ਨਹੀਂ ਕਿਤੇ ਵੀ ਪਾਉਣਾ ਹੈਗਾ। ਆਪਾਂ ਨੇ ਜਿਹੜੀ ਚੀਜ਼ ਨਹੀਂ ਕੈਸ਼ ਉਹ ਪਾਉਣੀ ਹੈ, ਯਾਨੀ ਮੈਂ ਚਾਹੇ ਇੱਥੇ ਤੇਰੀ ਜਾਣਕਾਰੀ ਵਾਸਤੇ ਇੱਥੇ ਲਿਖ ਵੀ ਦਿੰਦਾ, ਵਾਚਰ ਦੀ ਕ੍ਰੈਡਿਟ ਸਾਈਡ ਆਪਾਂ ਇੱਥੇ ਪਾਉਣੀ ਹੈ। ਮਤਲਬ ਕੈਸ਼ ਨਹੀਂ ਲਿਖਣਾ, ਰਿਸੀਪਟ ਵਾਚਰ 'ਚ ਪੈਸੇ ਆਏ ਨੇ, ਕਿਤੋਂ ਆਏ ਨੇ ਉਹ ਲਿਖਣੇ ਆ। ਜਾਂ ਮੈਂ ਇੱਥੇ ਐਂ ਕਹਿ ਦਵਾਂ ਕ੍ਰੈਡਿਟ ਸਾਈਡ ਆਫ ਵਾਚਰ, ਇਹ ਮੈਂ ਫਿਲਹਾਲ ਤੇਰੇ ਵਾਸਤੇ ਲਿਖਤਾ ਕਿ ਵਾਚਰ ਤੋਂ ਦੇਖੋ, ਵਾਚਰ ਜੋ ਕ੍ਰੈਡਿਟ ਸਾਈਡ ਹੈ ਉਹ ਆਪਣੇ ਰਿਸੀਪਟਸ 'ਤੇ ਪਾ ਦੇਣੀ ਹੈ। ਕੀ ਰਿਸੀਪਟ ਕਿਹੜਾ ਕ੍ਰੈਡਿਟ 'ਤੇ ਲਿਖਿਆ ਨਾ, ਪਹਿਲਾਂ ਅਕਾਊਂਟ ਦਾ ਨੇਮ ਮਿਸਟਰ ਅਮਰਤਪਾਲ ਸਿੰਘ ਪਾਰਟਨਰਸ ਕੈਪੀਟਲ ਅਕਾਊਂਟ, ਇੱਥੇ ਲਿਖ ਦਾਂਗੇ ਮਿਸਟਰ ਅਮਰਤਪਾਲ ਸਿੰਘ ਪਾਰਟਨਰਸ ਕੈਪੀਟਲ ਅਕਾਊਂਟ, ਇਹ ਖਾਤੇ ਦਾ ਨਾਮ ਆ ਗਿਆ। ਇਹਦੀ ਜਿਹੜੀ ਰਕਮ ਹੈ 15,000 ਰੁਪਏ, ਇੱਥੇ ਆਪਾਂ ਟੋਟਲ 'ਚ ਪਾ ਦੇਣੀ ਹੈ 15,000। ਫਿਰ ਨਰੇਸ਼ਨ ਨੂੰ ਨਾ ਲਿਖਣ ਲੱਗਿਆ ਥੋੜ੍ਹਾ ਜਿਹਾ ਚੰਗਾ ਲੱਗੂਗਾ, ਜਿਵੇਂ ਆਪਾਂ ਪੈਰਾਗ੍ਰਾਫ ਦੇ ਅੱਗੇ ਥੋੜ੍ਹੀ ਥਾਂ ਛੱਡਦੇ ਹਾਂ, ਇੱਦਾਂ ਥੋੜ੍ਹੀ ਥਾਂ ਛੱਡ ਕੇ ਇੱਥੇ ਆਪਾਂ ਨਰੇਸ਼ਨ, ਜਿਵੇਂ ਇੱਥੇ ਲਿਖੀ ਹੈ ਬਾਏ ਕੈਸ਼ ਰਿਸੀਵਡ ਅਗੇਂਸਟ ਕੈਪੀਟਲ, ਉਹਨੂੰ ਛੋਟਾ ਕਰਕੇ ਲਿਖ ਲਓ, ਲੰਬਾ ਲਿਖਣ ਦੀ ਲੋੜ ਨਹੀਂ ਹੈ। ਬਾਏ ਕੈਸ਼ ਰਿਸੀਵਡ ਨੂੰ ਚਾਹੇ RCD ਪਾ ਲਓ, ਅੰਦਰ ਸਮਝ ਲੱਗੇ RCD ਮਤਲਬ ਰਿਸੀਵਡ। ਅਗੇਂਸਟ ਨੂੰ AGT ਪਾ ਲਓ, ਅਗੇਂਸਟ ਕੈਪੀਟਲ, ਸੋ ਦੈਟ ਕਿ ਕੋਸ਼ਿਸ਼ ਕਰੋਗੇ ਨਰੇਸ਼ਨ ਇੱਕ ਲਾਈਨ 'ਚ ਆ ਜਾਵੇ। ਚਲੋ ਜੇ ਕਿਤੇ ਵੱਡੀ ਵੀ ਹੈ, ਜ਼ਰੂਰੀ ਵੀ ਹੈ ਤਾਂ ਨੀਚੇ ਲਿਖ ਲਓ, ਕੋਈ ਗੱਲ ਨਹੀਂ, ਬਟ ਨੀਚੇ ਵੀ ਲਿਖਣੀ ਹੈ ਤਾਂ ਨਰੇਸ਼ਨ ਦੇ ਅੱਗਿਓਂ ਆ ਜਿਹੜੀ ਥਾਂ ਛੱਡਣੀ ਵਧੀਆ ਲੱਗਦੀ ਹੈ, ਜੱਚਦੀ ਹੈ, ਰੀਡੇਬਲ ਹੈ। ਹੁਣ ਆਪਾਂ ਐਂਟਰੀ ਪਾ ਲਈਏ, ਹੈ ਨਾ। ਤਾਂ ਜਦੋਂ ਬਸ ਇਹ ਕੰਪਲੀਟ ਹੋ ਗਿਆ, ਇਹ ਵਾਚਰ ਦੀ ਆਪਾਂ ਨੇ ਕੈਸ਼ ਬੁੱਕ 'ਤੇ ਪੋਸਟਿੰਗ ਕਰ ਲਈ, ਉਹਨੂੰ ਆਪਾਂ ਕਹਿੰਦੇ ਪੋਸਟਿੰਗ ਕਰਨਾ। ਵਾਚਰ ਪੋਸਟ ਹੋ ਗਿਆ, ਇੱਥੇ ਤੋਂ ਆਪਣੇ ਨਾ ਕੋਈ ਮਾਰਕਿੰਗ ਲਗਾ ਦੇ ਕਿ ਮੈਂ ਐਂਟਰੀ ਪਾਤੀ ਹੈ। ਹੁਣ ਅਗਲੇ ਐਂਟਰੀ 'ਤੇ ਆ ਜਾ, ਸੇਮ ਇੱਦਾਂ ਹੀ ਹੋਊਗਾ ਜੀ। ਪੈਸੇ ਆਪਾਂ ਨੂੰ ਮਨਪ੍ਰੀਤ ਤੋਂ ਆਏ ਨੇ, ਆਪਾਂ ਇੱਥੇ ਮਨਪ੍ਰੀਤ ਦਾ ਨਾਮ ਲਿਖ ਦਾਂਗੇ, ਮਿਸਟਰ ਮਨਪ੍ਰੀਤ ਸਿੰਘ ਪਾਰਟਨਰਸ ਕੈਪੀਟਲ ਅਕਾਊਂਟ। ਆ ਵੀ ਜਿਹੜਾ ਅਕਾਊਂਟ ਨੇਮ ਹੈ ਕੋਸ਼ਿਸ਼ ਕਰੀਏ ਕਿ ਇੱਕ ਪੇਜ 'ਤੇ ਇੱਕ ਲਾਈਨ 'ਚ ਹੀ ਆ ਜਾਵੇ, 2 ਲਾਈਨਾਂ ਨਾ ਬਣਨ। ਫੌਂਟ ਛੋਟੇ ਕਰ ਦਿਓ ਜਾਂ ਸ਼ਾਰਟ ਕਰ ਲਓ, ਪਾਰਟਨਰ ਨੂੰ ਪਾਰਟ ਇਕੱਲਾ ਪਾ ਲਓ, ਕੈਪੀਟਲ ਨੂੰ CAP ਇਕੱਲਾ ਪਾ ਦਿਓ, ਤਾਂ ਜਿਵੇਂ ਮਰਜ਼ੀ ਕਿ ਇੱਕ ਲਾਈਨ 'ਚ ਖਾਤੇ ਦਾ ਨਾਮ ਇੱਕ ਲਾਈਨ 'ਚ ਹੀ ਆ ਜਾਵੇ। ਕਿੰਨੀ ਅਮਾਊਂਟ ਹੈ, 15,000 ਰੁਪਏ ਇੱਥੇ ਲਿਖ ਦੇਣੀ ਹੈ। ਇਹ ਅਮਾਊਂਟ ਵੀ ਪਿੱਛੋਂ ਬਰਾਬਰ ਕਰਨੀ ਹੈ, ਮੂਹਰੇ ਸਪੇਸ ਛੱਡ ਦਿਓ, ਬਟ ਪਿੱਛੋਂ ਇੱਕ ਸਹੀ ਚਾਣ, ਆ 0 ਨਾਲ ਆ 0, ਆ 0 ਨਾਲ 0, ਮਤਲਬ ਕਿ ਲਾਸਟ ਡਿਜਿਟਸ ਆਪਸ ਦੇ ਵਿੱਚ ਇੱਕ ਸਮਾਨ ਸੇਧ 'ਚ ਹੋਣ। ਉਸ ਤੋਂ ਬਾਅਦ ਇੱਥੇ ਲਿਖੀਏ ਬਾਏ ਕੈਸ਼ ਰਿਸੀਵਡ ਅਗੇਂਸਟ ਕੈਪੀਟਲ, ਉਹੀ ਸੇਮ ਨਰੇਸ਼ਨ ਇੱਥੇ ਆ ਗਈ, ਇਹ ਵੀ ਐਂਟਰੀ ਹੋ ਗਈ, ਇੱਥੇ ਟਿਕ ਮਾਰ ਲਓ। ਹੁਣ ਤੀਜੀ ਐਂਟਰੀ 'ਚ ਕੀ ਕਰਾਂਗੇ ਆਪਾਂ, ਇਹ ਵੀ ਸੇਮ ਹੀ ਹੈ, ਇਹਨੂੰ ਆਪਾਂ ਇੱਕ ਸਾਈਡ 'ਤੇ ਕੱਢੀਏ। ਤੀਜੀ ਐਂਟਰੀ ਦੀ ਪੋਸਟਿੰਗ ਵੀ ਅਸੀਂ ਇਸ ਤਰ੍ਹਾਂ ਹੀ ਕਰ ਦਈਏ, ਮਿਸਟਰ ਗੁਰਪ੍ਰੀਤ ਸਿੰਘ, ਜਿਵੇਂ ਇੱਥੇ ਲਿਖਿਆ ਹੈ ਉਵੇਂ ਹੀ, ਗੁਰਪ੍ਰੀਤ ਸਿੰਘ ਪਾਰਟਨਰਸ ਕੈਪੀਟਲ ਅਕਾਊਂਟ, ਅਮਾਊਂਟ ਹੈ 15,000 ਬਾਏ ਕੈਸ਼ ਅਗੇਂਸਟ ਕੈਪੀਟਲ, ਇਹ ਵੀ ਹੋ ਗਿਆ। ਉਸ ਤੋਂ ਬਾਅਦ ਅਗਲੀ ਐਂਟਰੀ ਹੈ ਜਿਹੜੀ, ਇਹਦੇ ਵਿੱਚ ਆਪਾਂ ਨੇ ਪੇਮੈਂਟ ਕੀਤੀ ਹੈ, ਇਹ ਐਂਟਰੀ ਇੱਧਰ ਨਹੀਂ ਪਾਉਣੀ ਹੈਗੀ, ਇਹ ਉੱਧਰ ਪਾਉਣੀ ਹੈ। ਬਸ ਇਹੀ ਧਿਆਨ ਰੱਖਣ ਵਾਲੀ ਗੱਲ ਹੈ, ਜੇ ਪੇਮੈਂਟ ਹੈ ਤਾਂ ਉਹ ਪੇਮੈਂਟ ਵਾਲੀ ਸਾਈਡ 'ਤੇ ਪਾਉਣੀ ਹੈ, ਜੇ ਰਿਸੀਪਟ ਹੈ ਤਾਂ ਉਹ ਰਿਸੀਪਟ। ਹੁਣ ਇਹ ਵਾਲੀ ਐਂਟਰੀ ਮੈਂ ਇੱਧਰ ਪਾਉਣਾ, ਤੁਹਾਡੇ ਸਾਹਮਣੇ ਕਰ ਲਿਆ। ਇਹ ਐਂਟਰੀ ਨੂੰ ਮੈਂ ਇੱਥੇ ਕਿਵੇਂ ਪਾਊਂਗਾ, ਪੇਮੈਂਟ ਵਾਲੀ ਸਾਈਡ 'ਤੇ ਮੈਂ ਲਿਖੂੰਗਾ ਅਮਰਤਪਾਲ ਸਿੰਘ, ਨਹੀਂ ਮੈਂ ਲਿਖੂੰਗਾ ਪੇਮੈਂਟ 'ਚ ਡੈਬਿਟ ਹੈ, ਡੈਬਿਟ ਇੱਧਰ ਪਾ ਦੇਣਾ ਹੈ। ਯਾਨੀ ਇੱਥੇ ਮੈਂ ਚਾਹੇ ਲਿਖ ਦਿੰਦਾ, ਤੁਹਾਡੀ ਯਾਦਦਾਸ਼ਤ ਵਾਸਤੇ, ਜਾਣਕਾਰੀ ਵਾਸਤੇ ਮੈਂ ਲਿਖਣ ਲੱਗਿਆ ਇੱਥੇ ਡੈਬਿਟ ਸਾਈਡ ਆਫ ਵਾਚਰ। ਵਾਚਰ ਦੀ ਜਿਹੜੀ ਡੈਬਿਟ ਸਾਈਡ ਹੈ ਉਹ ਆਪਾਂ ਨੇ ਪੇਮੈਂਟ 'ਤੇ ਲਿਖਣੀ ਹੈ।
तो मैं ਕੀ ਲਿਖ ਰਿਹਾ, ਆ ਵਾਚਰ ਹੈ ਸਟੇਟ ਬੈਂਕ ਆਫ ਇੰਡੀਆ ਨੂੰ ਆਪਾਂ 10,000 ਰੁਪਏ ਜਮ੍ਹਾਂ ਕਰਾਏ ਨੇ, ਦਿੱਤੇ ਆ। ਤਾਂ ਅਸੀਂ ਇੱਥੇ ਲਿਖ ਦਾਂਗੇ ਡੇਟ ਪਹਿਲਾਂ ਤਾਂ ਦਸੰਬਰ 2, ਜਿੰਨੀ ਵੀ ਤਰੀਕ ਹੈ। ਇੱਥੇ ਫਿਰ ਲਿਖ ਦਈਏ ਸਟੇਟ ਬੈਂਕ ਆਫ ਇੰਡੀਆ, ਖਾਤੇ ਦਾ ਨਾਮ ਪਹਿਲਾਂ ਜਿਹਨੂੰ ਦਿੱਤੇ ਨੇ ਜਾਂ ਜਿੱਥੋਂ ਆਏ ਨੇ, ਸਟੇਟ ਬੈਂਕ ਆਫ ਇੰਡੀਆ ਅਕਾਊਂਟ 10,000 ਰੁਪਏ ਇੱਦਾਂ ਇੱਥੇ ਲਿਖਤੇ। ਫਿਰ ਇੱਥੇ ਨਰੇਸ਼ਨ ਲਿਖ ਦਾਂਗੇ ਟੂ ਕੈਸ਼ ਡਿਪੋਜ਼ਿਟਡ। ਬਸ ਇਹ ਐਂਟਰੀ ਇੰਨਾ ਹੀ ਕੰਮ ਸੀ ਕਿ ਹੋ ਗਈ। ਇਹ ਐਂਟਰੀ ਵੀ ਆਪਾਂ ਨੇ ਯਾਨੀ ਕਿ 4 ਨੰਬਰ ਤੱਕ ਐਂਟਰੀਆਂ ਆਪਾਂ ਨੇ ਕੈਸ਼ ਬੁੱਕ ਦੇ ਉੱਤੇ ਐਂਟਰ ਕਰਤੀਆਂ। ਉਹ ਤੋਂ ਬਾਅਦ ਹੁਣ ਅਗਲੀ ਐਂਟਰੀ ਇਹ 'ਚ ਕੀ ਆ, ਇਹ ਰੈਂਟ ਆਪਾਂ ਨੇ ਪੇਮੈਂਟ ਕੀਤੀ ਹੈ ਨਾ, ਇਹ ਐਂਟਰੀ ਇੱਥੇ ਕਿਵੇਂ ਪਊਗੀ? ਫਿਰ ਇਹ ਪੇਮੈਂਟ ਸਾਈਡ ਪਊਗੀ ਜਾਂ ਰਿਸੀਵ ਸਾਈਡ ਪਊਗੀ? ਪੇਮੈਂਟ ਸਾਈਡ ਪਊਗੀ। ਸਿੰਪਲ ਪੇਮੈਂਟ ਦਾ ਪੇਮੈਂਟ ਸਾਈਡ ਪਊਗੀ। ਇੱਥੇ ਵੀ ਉਵੇਂ ਹੀ ਆਪਾਂ ਲਿਖਦੀ ਰੈਂਟ ਅਕਾਊਂਟ, ਰੈਂਟ ਐਕਸਪੈਂਸਿਸ ਅਕਾਊਂਟ ਟੂ ਕੈਸ਼ ਪੇਡ ਐਜ਼ ਰੈਂਟ। ਰੈਂਟ ਦੇ ਤੌਰ 'ਤੇ ਆਪਾਂ ਨੇ ਕੈਸ਼ ਪੇ ਕੀਤਾ ਟੂ ਮਿਸਟਰ ਸੰਤਰਾਮ, ਚਾਹੇ ਇੱਥੇ ਆਪਾਂ ਲਿਖ ਦਈਏ ਮਿਸਟਰ ਸੰਤਰਾਮ ਨੂੰ ਆਪਾਂ ਨੇ ਪੇ ਕੀਤੇ ਨੇ। ਨਰੇਸ਼ਨ ਲਿਖਤੀ, ਰਕਮ ਹੈ 10,000, ਇਹ ਵੀ ਐਂਟਰੀ ਹੋ ਗਈ। ਉਸ ਤੋਂ ਬਾਅਦ ਆ ਵੀ ਆਪਾਂ ਇਲੈਕਟ੍ਰਿਸਿਟੀ ਦਾ ਖਰਚਾ ਕੀਤਾ ਆ 650 ਰੁਪਏ, ਇਹਨੂੰ ਵੀ ਇੱਧਰ ਹੀ ਪਾ ਦਈਏ ਨਾ ਅੱਗੇ। ਹੁਣ ਤੈਨੂੰ ਪਾਉਣੀ ਤਾਂ ਆ ਗਈ, ਚਲ ਆ ਮੈਂ ਕੰਪਲੀਟ ਕਰਦਾ। ਇੱਥੇ ਆਪਾਂ ਲਿਖ ਦਈਏ ਇਲੈਕਟ੍ਰਿਸਿਟੀ ਐਕਸਪੈਂਸਿਸ ਅਕਾਊਂਟ, ਇੱਥੇ ਆਪਾਂ 650 ਲਿਖ ਦਈਏ, ਇੱਥੇ ਲਿਖ ਦਈਏ ਟੂ ਕੈਸ਼ ਪੇਡ ਫਾਰ ਰਿਪੇਅਰ, ਜਿਵੇਂ ਵੀ ਨਰੇਸ਼ਨ ਹੈ ਲਿਖਤੀ ਆਪਾਂ ਨੇ। ਚਲੋ ਟਿਕ ਮਾਰਦਾ। ਇੱਦਾਂ ਹੀ ਆ ਐਂਟਰੀ ਬਣੀ ਹੈ। ਹੁਣ ਇਹ ਐਂਟਰੀ ਵਿੱਚ ਨਾ 3 ਰਕਮਾਂ ਡੈਬਿਟ ਨੇ, ਇਹ ਵੀ ਪੇਮੈਂਟ ਹੈ। ਇਹਦੇ 'ਚ ਦੇਖੋ ਕਿਵੇਂ ਪਾਉਂਦੇ ਹਾਂ ਆਪਾਂ, ਫਰਨੀਚਰ ਅਕਾਊਂਟ। ਫਰਨੀਚਰ ਦੀ ਅਮਾਊਂਟ ਹੈਗੀ ਆ 15,254 ਰੁਪਏ 24 ਪੈਸੇ। ਇੱਥੇ ਆਪਾਂ ਉਹੀ ਅਮਾਊਂਟ ਜਿੰਨੀ ਹੈਗੀ ਉਨੀ ਲਿਖ ਦੇਣੀ ਆ, 15,254 ਰੁਪਏ 24 ਪੈਸੇ। ਫਿਰ ਇਹਦੇ ਥੱਲੇ ਕੀ ਆ, CGST ਇਨਪੁਟ ਵੀ ਡੈਬਿਟ ਹੈ, ਪੇਮੈਂਟ ਇਹਨੂੰ ਵੀ ਕੀਤੀ ਹੈ। ਤਾਂ ਆਪਾਂ ਉਵੇਂ ਇੱਥੇ ਲਿਖ ਦਈਏ CGST ਇਨਪੁਟ ਅਕਾਊਂਟ। ਇਹ ਵੀ ਖਾਤੇ ਨੇ, ਖਾਤਿਆਂ ਨੂੰ ਆਪਾਂ ਲਾਈਨ ਦੇ ਨਾਲ ਸ਼ੁਰੂ ਕਰਦੇ ਹਾਂ, ਨਰੇਸ਼ਨ ਦੇ ਥਾਂ ਛੱਡਾਂਗੇ। ਖਾਤੇ ਦੇ ਨਾਮ 'ਚ ਅਮਾਊਂਟ ਪਾਉਣੀ ਹੈ 1372.88, 1,372 ਰੁਪਏ 88 ਪੈਸੇ। ਫਿਰ ਇਸ ਤੋਂ ਬਾਅਦ SGST ਇਨਪੁਟ ਅਕਾਊਂਟ, ਇਹਦੀ ਵੀ ਅਮਾਊਂਟ 1,372.88 ਹੋ ਗਿਆ। ਹੁਣ ਇਹਨੇ ਥੱਲੇ ਨਰੇਸ਼ਨ ਲਿਖ ਦਾਂਗੇ ਟੂ ਇਨਵਾਇਸ ਨੰਬਰ 1542। ਇਹ ਇਹਦੇ ਨਾਲ ਅਟੈਚ ਨਹੀਂ ਕੀਤੀ, ਉਹ ਆਪਾਂ ਇਹਦੇ ਨਾਲ ਵਾਚਰ ਦੇ ਨਾਲ ਉਹ ਇਨਵਾਇਸ ਅਟੈਚ ਕਰ ਦਿੰਦੇ ਆ। ਆਪਾਂ ਕਿਉਂ ਨਹੀਂ ਅਟੈਚ ਕੀਤੀ? ਕਿਉਂਕਿ ਉਹ ਇਨਵਾਇਸ ਰੀਅਲ 'ਚ ਸਾਡੇ ਕੋਲ ਹੈ ਨਹੀਂ ਗੀ। ਜਦੋਂ ਆਪਾਂ ਰੀਅਲ 'ਚ ਸਮਾਨ ਖਰੀਦਦੇ ਹਾਂ, ਐਂਟਰੀ ਪਾਉਣੀ ਹੈ, ਤਾਂ ਸਮਾਨ ਲਾਜ਼ਮੀ ਉਹ ਬਿੱਲ ਹੋਊਗਾ, ਉਸ ਬਿੱਲ ਨੂੰ ਆਪਾਂ ਇਨਵਾਇਸ ਕਹਿ ਦਿੰਦੇ ਹਾਂ। ਇਜ਼ ਇਟ ਕਲੀਅਰ? ਹੁਣ ਇਹ ਐਂਟਰੀ ਵੀ ਹੋ ਗਈ। ਹੁਣ ਆਹ ਐਂਟਰੀ ਇਹ ਵੀ ਇੱਦਾਂ ਹੀ ਪੈ ਜਾਣੀ ਹੈ। ਉਸ ਤੋਂ ਬਾਅਦ ਆਹ ਐਂਟਰੀ ਕਿਵੇਂ ਪਾਉਣੀ ਹੈ? ਚਲੋ ਇੱਕ ਐਂਟਰੀ ਆ ਪਾਇਲਵਾ, ਜਨਰਲ ਐਕਸਪੈਂਸਿਸ ਪੇਮੈਂਟ ਹੈ, ਤਾਂ ਕਰਕੇ ਇੱਦਾਂ ਹੀ ਪਾਤੀ ਟੂ ਕੈਸ਼ ਪੇਡ ਔਨ ਮਹੂਰਤ। ਰੁਪਈਏ ਨੇ 1890, 1,890 ਰੁਪਏ, ਇਹ ਵੀ ਐਂਟਰੀ ਹੋ ਗਈ। ਹੁਣ ਜਿਹੜੀ ਆਹ ਨੈਕਸਟ ਐਂਟਰੀ ਸਾਡੇ ਸਾਹਮਣੇ ਆਈ ਹੈ, ਇਹ ਐਂਟਰੀ ਹੈਗੀ ਹੈ ਜਰਨਲ ਜਾਂ ਟਰਾਂਸਫਰ ਵਾਚਰ। ਟਰਾਂਸਫਰ ਵਾਚਰ ਵਾਸਤੇ ਵੈਸੇ ਤਾਂ ਹੁੰਦਾ ਇਹ ਹੈ ਕਿ ਇੱਦਾਂ ਦੀ ਇੱਕ ਹੋਰ ਬੁੱਕ ਮਿਲਦੀ ਹੈ, ਉਹਨੂੰ ਆਪਾਂ ਕਹਿੰਦੇ ਹਾਂ ਜਰਨਲ ਬੁੱਕ ਜਾਂ ਉਹਨੂੰ ਕਹਿੰਦੇ ਹਾਂ ਟਰਾਂਸਫਰ ਬੁੱਕ। ਉਹਦੇ ਵਿੱਚ ਸੇਮ ਇੱਦਾਂ ਹੀ ਕਾਲਮ ਹੁੰਦੇ ਨੇ, ਬਸ ਇੰਨਾ ਫਰਕ ਹੈ ਕਿ ਜਿੱਥੇ ਪੇਮੈਂਟ ਹੈ ਉਹਦੀ ਜਗ੍ਹਾ 'ਤੇ ਇੱਥੇ ਲਿਖਿਆ ਹੁੰਦਾ ਆ ਡੈਬਿਟ, ਪੇਮੈਂਟ ਦੀ ਜਗ੍ਹਾ 'ਤੇ ਇੱਥੇ ਲਿਖਿਆ ਹੋਊਗਾ ਡੈਬਿਟ, ਅਤੇ ਜਿੱਥੇ ਰਿਸੀਪਟ ਹੈ ਉੱਥੇ ਇਹਦੀ ਜਗ੍ਹਾ 'ਤੇ ਲਿਖਿਆ ਹੋਊਗਾ ਕ੍ਰੈਡਿਟ। ਬਾਕੀ ਬਿਲਕੁਲ ਇੱਦਾਂ ਦੀ ਬੁੱਕ ਮਿਲਦੀ ਹੈ। ਅਤੇ ਇੱਥੇ ਕੈਸ਼ ਬੁੱਕ ਦੀ ਜਗ੍ਹਾ 'ਤੇ ਲਿਖਿਆ ਹੋਊਗਾ ਜਰਨਲ ਬੁੱਕ। ਲੇਕਿਨ ਹੁਣ ਆਪਾਂ ਜਿੰਨਾ ਕੈਸ਼ ਬੁੱਕ 'ਤੇ ਪੈਸਾ ਖਰਚ ਕੀਤਾ, ਦੁਬਾਰਾ ਫਿਰ ਆਪਾਂ ਜਰਨਲ ਬੁੱਕ 'ਤੇ ਪੈਸਾ ਖਰਚ ਕਰੀਏ, ਮੈਂ ਨਹੀਂ ਚਾਹੁੰਦਾ ਕਿ ਤੁਹਾਡੀ ਮਨੀ ਵੇਸਟ ਹੋਵੇ। ਇਨ ਰੀਅਲ 'ਚ ਵੀ ਜੇ ਕਿਸੇ ਕੰਪਨੀ 'ਚ ਥੋੜ੍ਹੀਆਂ ਐਂਟਰੀਆਂ ਨੇ ਤਾਂ ਆਪਾਂ ਇੱਕ ਬੁੱਕ 'ਤੇ ਦੋਨੋਂ
ਕੰਮ ਕਰ ਸਕਦੇ ਹਾਂ, ਕੈਸ਼ ਬੁੱਕ ਵੀ ਜਰਨਲ ਬੁੱਕ ਵੀ। ਆਪਾਂ ਇਹ ਸਮਝ ਲਈਏ ਕਿ ਸਾਡੇ ਵਾਸਤੇ ਇਹ ਕੈਸ਼ ਬੁੱਕ ਕਮ ਜਰਨਲ ਬੁੱਕ ਹੈ, ਯਾਨੀ ਇਹਦੇ 'ਚ ਆਪਾਂ ਕੈਸ਼ ਦੀ ਐਂਟਰੀ ਵੀ ਪਾ ਰਹੇ ਹਾਂ। ਜਿਵੇਂ ਕੈਸ਼ ਦੀ ਐਂਟਰੀ ਕਿਵੇਂ ਪਾਉਣੀਆਂ ਨੇ ਉਹ ਮੈਂ ਦੱਸਤਾ, ਉਹੀ ਮੈਂ ਸਮਝਾ ਰਿਹਾ ਹੁਣ ਕਿ ਕੈਸ਼ ਦੀ ਐਂਟਰੀ ਜੇ ਪੇਮੈਂਟ ਕੀਤੀ ਹੈ ਤਾਂ ਪੇਮੈਂਟ ਸਾਈਡ ਪਾ ਦੇਣੀ ਹੈ, ਜੇ ਰਿਸੀਪਟ ਕੀਤੀ ਤਾਂ ਰਿਸੀਪਟ ਸਾਈਡ ਪਾ ਦੇਣੀ ਹੈ। ਇਹ ਤਾਂ ਗੱਲ ਸਿੰਪਲੀ ਮੈਨੂੰ ਲੱਗਦਾ ਕਿ ਮੈਂ ਸਹੀ ਤਰ੍ਹਾਂ ਸਮਝਾ ਸਕਿਆ ਹਾਂ। ਹੁਣ ਜਿਹੜੀ ਆਹ ਐਂਟਰੀ ਹੈ ਟ੍ਰਾਂਸਫਰ ਵਾਲੀ, ਇਹ ਕਿਵੇਂ ਪਾਉਣੀ ਹੈ? ਇਹਦੀ ਜਦੋਂ ਆਪਾਂ ਪੋਸਟਿੰਗ ਆਪਾਂ ਇਸ ਹੀ ਬੁੱਕ 'ਤੇ ਕਰਦੇ ਹਾਂ, ਇਹਦੀ ਪੋਸਟਿੰਗ ਜਦੋਂ ਕਰਨੀ ਹੈ ਤਾਂ ਇਹਦੀ ਪੋਸਟਿੰਗ 'ਚ ਡੈਬਿਟ ਸਾਈਡ ਆਪਾਂ ਇੱਧਰ ਪਾ ਦੇਣੀ ਹੈ, ਕ੍ਰੈਡਿਟ ਆਪਾਂ ਇੱਧਰ ਪਾਉਣੀ ਹੈ, ਇਹ ਦੋਨੋਂ ਪਾਸੇ ਪਾਉਣੀ ਹੈ। ਕੈਸ਼ ਬੁੱਕ 'ਚ ਮੈਂ ਦੱਸਿਆ ਕਿ ਆਪਾਂ ਇੱਕ ਸਾਈਡ ਐਂਟਰੀ ਪਾਉਂਦੇ ਹਾਂ, ਜਾਂ ਡੈਬਿਟ 'ਚ ਜਾਂ ਕ੍ਰੈਡਿਟ 'ਚ। ਜੇ ਪੇਮੈਂਟ ਦਾ ਡੈਬਿਟ 'ਚ ਪੇਮੈਂਟ ਸਾਈਡ 'ਤੇ, ਜੇ ਪੈਸੇ ਆਪਾਂ ਨੇ ਲਏ ਹੋਏ ਨੇ ਕ੍ਰੈਡਿਟ ਦੀ ਜਾਣੀ ਕਿ ਜੇ ਰਿਸੀਪਟ ਹੈ ਤਾਂ ਇੱਧਰ ਪਾ ਦਿੰਦੇ ਆ। ਹੁਣ ਇਹ ਐਂਟਰੀ ਦੋਨੋਂ ਪਾਸੇ ਪੈਣੀ ਹੈ। ਇਹਦੇ 'ਚ ਮੈਂ ਤੁਹਾਨੂੰ ਪਾ ਕੇ ਦਿਖਾਉਣਾ ਕਿਵੇਂ ਪਾਉਣੀ ਹੈ। ਡੈਬਿਟ ਹੈ ਸਟੇਟ ਬੈਂਕ ਆਫ ਇੰਡੀਆ, ਆਪਾਂ ਇੱਥੇ ਲਿਖ ਦਾਂਗੇ। ਜਿਹੜੀ ਡੈਬਿਟ ਸਾਈਡ ਇੱਥੇ ਕਾਪੀ ਕਰਕੇ ਪੇਸਟ ਕਰ ਦਿਓ, ਜਿਹੜੀ ਕ੍ਰੈਡਿਟ ਸਾਈਡ ਇੱਥੋਂ ਕਾਪੀ ਕਰਕੇ ਇੱਥੇ ਪੇਸਟ ਕਰ ਦਿਓ। ਬਸ ਦੇਖਿਓ ਮੈਂ ਪਾ ਕੇ ਦਿਖਾਉਣਾ। ਆਪਾਂ ਲਿਖਦੇ ਹਾਂ ਸਟੇਟ ਬੈਂਕ ਆਫ ਇੰਡੀਆ, ਇਹ ਡੈਬਿਟ ਲਿਖਤਾ। ਨਰੇਸ਼ਨ ਟੂ ਚੈੱਕ ਨੰਬਰ 126767, ਅਮਾਊਂਟ ਹੈ 50,000। ਤਾਂ ਜਿਹੜੀ ਇਹਦੀ ਅਮਾਊਂਟ ਹੈ ਨਾ, ਇਹ ਇੱਥੇ ਨਾ ਲਿਖੋ, ਪਤਾ ਲੱਗੂਗਾ ਵੀ ਇਹ ਕੈਸ਼ ਨਹੀਂ ਹੈਗੀ, ਟ੍ਰਾਂਸਫਰ ਹੈ। ਅਤੇ ਇਹਦੀ ਅਮਾਊਂਟ ਨੂੰ ਆਪਾਂ 2 ਕਾਲਮ ਬਣੇ ਨੇ, ਟੋਟਲ ਅਮਾਊਂਟ ਆਪਾਂ ਇੱਥੇ ਅਮਾਊਂਟ ਨੂੰ ਯੂਜ਼ ਕਰਾਂਗੇ ਜਰਨਲ ਵਾਸਤੇ। ਇੱਥੇ ਚਾਹੇ ਲਿਖ ਦਈਏ ਕਿ ਇਹ ਅਮਾਊਂਟ ਵਾਲਾ ਕਾਲਮ ਇਹ ਸਾਡੇ ਵਾਸਤੇ ਜਰਨਲ ਹੈ, ਇਹ ਸਾਡੇ ਵਾਸਤੇ ਕੈਸ਼ ਹੈ। ਇੱਦਾਂ ਇੱਥੇ ਵੀ ਆਪਾਂ ਲਿਖ ਦਈਏ ਇਹ ਕੈਸ਼ ਵਾਲਾ ਆ, ਇਹ ਜਰਨਲ ਵਾਲਾ ਆ। ਤੋ ਜਿਹੜੇ ਜਰਨਲ ਵਾਚਰ ਨੇ ਉਹਦੀ ਰਕਮ ਆਪਾਂ ਡਿਫਰੈਂਟ ਪਾ ਦਾਂਗੇ ਤਾਂ ਕਿ ਪਹਿਚਾਣ ਆ ਜਾਵੇ ਕਿ ਇਹ ਜਰਨਲ ਐਂਟਰੀ ਹੈ, ਇਹ ਜਰਨਲ ਵਾਚਰ ਦੀ ਐਂਟਰੀ ਹੈ। ਜਿਹੜੀ ਕੈਸ਼ ਵਾਲੀ ਉਹ ਟੋਟਲ ਇੱਧਰ ਟੋਟਲ 'ਚ ਪਾ ਦਾਂਗੇ। ਹੁਣ ਇਹ ਐਂਟਰੀ ਦੀ ਜਿਹੜੀ ਅਮਾਊਂਟ ਹੈ, ਇਹ ਅਮਾਊਂਟ ਹੈਗੀ ਹੈ 50,000। ਆਪਾਂ 50,000 ਕਿੱਥੇ ਲਿਖ ਦੇਣਾ ਹੈ? ਆਪਾਂ ਇੱਥੇ ਲਿਖ ਦਾਂਗੇ 50,000 ਇੱਦਾਂ। ਹਾਲੇ ਐਂਟਰੀ ਕੰਪਲੀਟ ਨਹੀਂ ਹੋਈ। ਇਹਦਾ ਡੈਬਿਟ ਸਾਈਡ ਤਾਂ ਆਪਾਂ ਲਿਖਤਾ, ਕ੍ਰੈਡਿਟ ਸਾਈਡ ਆਪਾਂ ਇੱਧਰ ਵੀ ਲਿਖਣਾ ਹੈ। ਇੱਥੇ ਫਿਰ ਆਪਾਂ ਉਵੇਂ ਲਿਖੀਏ ਨਾ, ਵਾਚਰ 'ਤੇ ਲਿਖਿਆ ਅਮਰਤਪਾਲ ਸਿੰਘ ਕੈਪੀਟਲ ਅਕਾਊਂਟ, ਇੱਦਾਂ ਇੱਥੇ ਵੀ ਲਿਖ ਦਾਂਗੇ ਮਿਸਟਰ ਅਮਰਤਪਾਲ ਸਿੰਘ ਪਾਰਟਨਰਸ ਕੈਪੀਟਲ ਅਕਾਊਂਟ। ਇੱਥੇ ਆਪਾਂ ਲਿਖ ਦਾਂਗੇ ਬਾਏ ਚੈੱਕ ਨੰਬਰ, ਜਿਵੇਂ ਇੱਥੇ ਨਰੇਸ਼ਨ ਲਿਖੀ ਹੈ, ਬਾਏ ਚੈੱਕ ਨੰਬਰ 126767 126767। ਇਹ ਚੈੱਕ ਰਾਹੀਂ ਅਮਰਤਪਾਲ ਤੋਂ ਪੈਸੇ ਆਏ ਨੇ। ਇਹਦੀ ਅਮਾਊਂਟ 50,000 ਹੈ, ਇਹ ਆਪਾਂ ਐਵੇਂ ਇੱਥੇ ਲਿਖ ਦੇਣੀ ਹੈ। ਤੋ ਕੀ ਗੱਲ ਹੋਈ, ਮੈਂ ਫਿਰ ਦੇਖ ਰਿਹਾ ਜਿਹੜੀ ਜਰਨਲ ਦੀ ਐਂਟਰੀ ਹੈ, ਜਰਨਲ ਵਾਚਰ ਹੈ, ਉਹ ਐਂਟਰੀ ਨੂੰ ਆਪਾਂ ਡੈਬਿਟ ਸਾਈਡ ਡੈਬਿਟ 'ਚ ਪਾਤੀ ਜਾਂ ਪੇਮੈਂਟ 'ਚ ਪਾਤੀ, ਕ੍ਰੈਡਿਟ ਆਪਾਂ ਨੇ ਕ੍ਰੈਡਿਟ 'ਚ ਪਾਤੀ। ਇਹ ਨਹੀਂ ਕਿ ਆਪਾਂ ਆਮੋ ਸਾਹਮਣੇ ਪਾਇਆ ਵੀ ਇਹਦੇ ਸਾਹਮਣੇ ਪਾਉਣੀ ਹੈ, ਜਿੱਥੇ ਉਹ ਮੁੱਕਦੀ ਹੈ ਉੱਥੇ, ਜਿੱਥੇ ਦੀ ਵਾਰੀ ਉੱਥੇ। ਹੁਣ ਜ਼ਰੂਰੀ ਨਹੀਂ ਹੈਗਾ ਵੀ ਜੇ ਇਹ ਐਂਟਰੀਆਂ ਇੰਨੀ ਲੰਬੀ ਹੈ ਤਾਂ ਇਹ ਵੀ ਇੰਨੀ ਲੰਬੀ ਹੋਊਗੀ। ਹੋ ਸਕਦਾ ਆਪਾਂ ਨੇ ਪੇਮੈਂਟਾਂ ਵੱਧ ਕੀਤੀਆਂ ਹੋਣ, ਐਂਟਰੀਆਂ ਜ਼ਿਆਦਾ ਹੋਣ ਪੇਮੈਂਟ ਵਾਲੀਆਂ, ਰਿਸੀਪਟ ਦੀਆਂ ਘੱਟ ਹੋਣ, ਜਾਂ ਰਿਸੀਪਟ ਦੀਆਂ ਐਂਟਰੀਆਂ ਜ਼ਿਆਦਾ ਹੋਣ ਪੇਮੈਂਟ ਦੇ ਘੱਟ ਹੋਣ। ਮਤਲਬ ਇਹਦੀ ਜਿਹੜੀ ਨੀਚੇ ਨੂੰ ਜਿਹੜੀ ਡੈਪਥ ਹੈ ਜਾਂ ਲੰਬਾਈ ਹੈ, ਇਹ ਮੇਬੀ ਘੱਟ ਵੱਧ ਹੋਵੇ। ਪਰ ਜਿਹੜੀਆਂ ਜਰਨਲ ਦੇ ਵਾਚਰ ਨੇ, ਉਹਦੀ ਐਂਟਰੀ ਜੇ ਇੱਧਰ ਪਈ ਹੋਈ ਹੈ ਤਾਂ ਇੱਧਰ ਵੀ ਪਊਗੀ। ਜਿਹੜੀ ਕੈਸ਼ ਦੀ ਐਂਟਰੀ ਹੈ ਇੱਧਰ ਪਈ ਹੋਈ ਹੈ, ਇੱਧਰ ਨਹੀਂ ਹੈ। ਜਿਹੜੀ ਰਿਸੀਪਟ ਦੀ ਐਂਟਰੀ ਇੱਧਰ ਹਾਂ ਉੱਧਰ ਨਹੀਂ ਹੈ। ਬਟ ਜਰਨਲ ਵਾਚਰ ਆਪਾਂ ਨੇ ਕੈਸ਼ ਬੁੱਕ ਦੇ ਉੱਤੇ ਦੋਨੋਂ ਸਾਈਡਾਂ 'ਤੇ ਪੋਸਟ ਕਰਨੇ ਆ। ਹੁਣ ਇਸ ਤਰ੍ਹਾਂ ਹੀ ਅਗਲੀ ਐਂਟਰੀ ਹੈ ਜਿਹੜੀ, ਇਹ ਵੀ ਜਰਨਲ ਹੈ, ਇਹ ਵੀ ਤੂੰ ਆਪੇ ਪਾ ਸਕਦਾ ਹੈ। ਅਗਲੀ ਵੀ ਜਰਨਲ ਆਪੇ ਪਾ ਸਕਦੇ ਹਾਂ। ਆਹ ਪੇਮੈਂਟ ਹੈ, ਕੈਸ਼ ਪੇਮੈਂਟ ਹੈ, ਇਹ ਇੱਧਰ ਹੀ ਇਕੱਲੀ ਪੈ ਜਾਣੀ ਹੈ। ਸਾਰੀਆਂ ਐਂਟਰੀ ਜਿੰਨੇ ਵੀ ਹਨ ਹੁਣ ਤੋਂ ਇਸ ਤਰੀਕੇ ਨਾਲ ਪਾ ਸਕਦੇ ਹਾਂ। ਮੈਂ ਤੁਹਾਨੂੰ ਟਾਈਮ ਦੇਣਾ, ਆਪੇ ਕੰਪਲੀਟ ਕਰ।